ਹੈਲੋ एवरीवन ਵੈਲਕਮ ਟੂ CBC ਅਕੈਡਮੀ ਅਬੋਰ। ਮੈਂ ਹਾਂ ਅਰੁਣ ਤਨੇਜਾ ਅਤੇ ਆਪਾਂ ਕੰਟੀਨਿਊ ਕਰਾਂਗੇ ਆਪਾਂ ਟੌਪ 500 ਹਿਸਟਰੀ ਦੇ ਕੁਐਸਚਨ। ਸੋ ਆਪਣੀ ਜਿਹੜੀ ਸੀਰੀਜ਼ ਹੈਗੀ ਹੈ ਉਹਦੇ ਵਿੱਚ ਆਪਾਂ ਹੁਣ ਤੱਕ ਆਪਾਂ ਹੋਮ ਰੂਲ ਲੀਗ ਮੂਵਮੈਂਟ ਤੱਕ ਆਪਾਂ ਪੜ੍ਹ ਚੁੱਕੇ ਹਾਂ, ਰੈਵੋਲੂਸ਼ਨਰੀ ਮੂਵਮੈਂਟ ਪੜ੍ਹ ਚੁੱਕੇ ਹਾਂ, ਸਵਦੇਸ਼ੀ ਮੂਵਮੈਂਟ ਪੜ੍ਹ ਚੁੱਕੇ ਹਾਂ, ਫਾਰਮੇਸ਼ਨ ਆਫ ਪੋਲੀਟੀਕਲ ਆਰਗੇਨਾਈਜੇਸ਼ਨ, ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ ਪੜ੍ਹ ਚੁੱਕੇ ਹਾਂ ਆਪਾਂ। ਸੋ ਪੀਜ਼ੈਂਟ ਮੂਵਮੈਂਟ ਪੜ੍ਹ ਚੁੱਕੇ ਹਾਂ। ਸੋ ਅੱਜ ਦਾ ਜਿਹੜਾ ਆਪਣਾ ਮੇਜਰ ਟੌਪਿਕ ਰਹੂਗਾ ਉਹ ਰੋਲ ਟੈਕਟ ਦੇ ਅਰਾਊਂਡ ਘੁੰਮੂਗਾ ਅਤੇ ਗਾਂਧੀਅਨ ਮੂਵਮੈਂਟ ਦੀ ਜਿਹੜੀ ਸਟਾਰਟਿੰਗ ਆਪਾਂ ਸਟਾਰਟ ਕਰ ਲਈ ਸੀ ਲਾਸਟ ਲੈਕਚਰ ਦੇ ਵਿੱਚ, ਅੱਗੇ ਫਰਦਰ ਕਿਵੇਂ ਮੂਵ ਕੀਤੀਆਂ ਗਾਂਧੀਅਨ ਮੂਵਮੈਂਟ ਉਹਨਾਂ ਬਾਰੇ ਆਪਾਂ ਪੜ੍ਹਾਂਗੇ ਅੱਜ ਦੇ, ਠੀਕ ਹੈ ਜੀ। ਸੋ ਲੈਕਚਰ ਦੇ ਨਾਲ ਐਂਡ ਤੱਕ ਬਣੇ ਰਹੋ। ਐਂਡ ਜਿਹੜਾ ਆਪਣਾ ਮੇਨ ਟੌਪਿਕ ਹੈਗਾ ਰੋਲ ਟੈਕਟ ਬਾਰੇ ਰਹੂਗਾ, ਨੋਨ ਕਾਰਪੋਰੇਸ਼ਨ ਮੂਵਮੈਂਟ ਅਤੇ ਗਾਂਧੀਅਨ ਮੂਵਮੈਂਟ ਦੀ ਜਿਹੜਾ ਐਂਡ ਸੀਗਾ। ਐਂਡ ਨਹੀਂ ਕਹਿ ਸਕਦੇ, ਮਤਲਬ ਜਿੱਥੋਂ ਸਟਾਰਟਿੰਗ ਹੋਈ ਸੀ, ਖੇੜਾ ਸੱਤਿਆਗ੍ਰਹਿ ਪੜ੍ਹ ਲਿਆ ਸੀਗਾ ਆਪਾਂ, ਅਹਿਮਦਾਬਾਦ ਮਿਲ ਸਟ੍ਰਾਈਕ ਬਾਰੇ ਪੜ੍ਹਿਆ ਸੀਗਾ ਅਤੇ ਚੰਪਾਰਨ ਸੱਤਿਆਗ੍ਰਹਿ ਬਾਰੇ ਪੜ੍ਹਿਆ ਸੀਗਾ। ਆਪਾਂ ਜੋ ਫਰਦਰ ਚੀਜ਼ਾਂ ਰਹਿ ਗਈਆਂ ਸੀਗੀਆਂ ਉਹਨਾਂ ਬਾਰੇ ਆਪਾਂ ਇਸ ਲੈਕਚਰ ਦੇ ਵਿੱਚ ਕੰਟੀਨਿਊ ਕਰਾਂਗੇ। ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਵਿਚ ਈਵੈਂਟ ਅਕਰਡ ਫਸਟ। ਸੋ ਚਾਰ ਆਪਾਂ ਨੂੰ ਈਵੈਂਟ ਦਿੱਤੇ ਹੋਏ, ਆਪਾਂ ਨੂੰ ਪੁੱਛਿਆ ਹੋਇਆ ਵੀ ਇਹਨਾਂ 'ਚੋਂ ਕਿਹੜਾ ਈਵੈਂਟ ਸਭ ਤੋਂ ਪਹਿਲਾਂ ਹੋਇਆ ਹੈ। ਸੋ ਖੇੜਾ ਸੱਤਿਆਗ੍ਰਹਿ, ਸਿਵਲ ਡਿਸਓਬੀਡੈਂਸ ਮੂਵਮੈਂਟ, ਨੋਨ ਕਾਰਪੋਰੇਸ਼ਨ ਮੂਵਮੈਂਟ, ਚੰਪਾਰਨ ਸੱਤਿਆਗ੍ਰਹਿ। ਸੋ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਚੰਪਾਰਨ ਸੱਤਿਆਗ੍ਰਹਿ ਸਭ ਤੋਂ ਪਹਿਲਾਂ ਹੋਇਆ ਸੀਗਾ। ਪਹਿਲਾਂ ਚੰਪਾਰਨ ਹੋਇਆ ਸੀਗਾ, ਫਿਰ ਉਸ ਤੋਂ ਬਾਅਦ ਖੇੜਾ ਸੱਤਿਆਗ੍ਰਹਿ ਹੋਇਆ ਸੀਗਾ, ਫਿਰ ਨੋਨ ਕਾਰਪੋਰੇਸ਼ਨ ਮੂਵਮੈਂਟ ਅਤੇ ਫਿਰ ਸਿਵਲ ਡਿਸਓਬੀਡੈਂਸ ਮੂਵਮੈਂਟ ਹੋਈ ਸੀਗੀ। ਇਹ ਸਾਰੀਆਂ ਜਿੰਨੇ ਦੀਆਂ ਚਾਰੇ ਦੀ ਚਾਰੇ ਮੂਵਮੈਂਟਸ ਹੈਗੀਆਂ ਗਾਂਧੀਅਨ ਮੂਵਮੈਂਟਸ ਹੈਗੀਆਂ। ਸਾਨੂੰ ਸਾਰਿਆਂ ਨੂੰ ਪਤਾ ਹੋਊਗਾ ਖੇੜਾ ਸੱਤਿਆਗ੍ਰਹਿ ਜਿਹੜਾ ਸੀਗਾ ਸਭ ਤੋਂ ਪਹਿਲਾਂ ਨੋਨ ਕਾਰਪੋਰੇਸ਼ਨ ਮੂਵਮੈਂਟ ਜਿੱਥੇ ਲਾਂਚ ਕੀਤੀ ਸੀ ਗਾਂਧੀ ਜੀ ਨੇ, ਉਹ ਖੇੜਾ ਸੱਤਿਆਗ੍ਰਹਿ ਦੇ ਦੌਰਾਨ ਕੀਤੀ ਸੀ। ਨੋਨ ਕਾਰਪੋਰੇਸ਼ਨ ਮੂਵਮੈਂਟ ਦਾ ਮਤਲਬ ਕੀ ਹੁੰਦਾ ਵੀ ਅੰਗਰੇਜ਼ਾਂ ਦੇ ਨਾਲ ਕੋਆਪਰੇਟ ਨਹੀਂ ਕਰਨਾ, ਇਹਦਾ ਮਤਲਬ ਹੁੰਦਾ ਨੋਨ ਕਾਰਪੋਰੇਸ਼ਨ। ਸਰ ਨੋਨ ਕਾਰਪੋਰੇਸ਼ਨ ਮੂਵਮੈਂਟ ਪਹਿਲੀ ਵਾਰੀ ਗਾਂਧੀ ਜੀ ਨੇ ਕਿੱਥੇ ਸਟਾਰਟ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਖੇੜਾ ਸੱਤਿਆਗ੍ਰਹਿ ਦੇ ਦੌਰਾਨ ਗਾਂਧੀ ਜੀ ਨੇ ਨੋਨ ਕਾਰਪੋਰੇਸ਼ਨ ਮੂਵਮੈਂਟ ਸਟਾਰਟ ਕੀਤੀ ਸੀਗੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਹੈ। ਚੰਪਾਰਨ ਸੱਤਿਆਗ੍ਰਹਿ ਸਭ ਤੋਂ ਪਹਿਲਾਂ ਗਾਂਧੀ ਜੀ ਦਾ ਸੱਤਿਆਗ੍ਰਹਿ ਸੀਗਾ ਅਤੇ ਪਹਿਲਾਂ ਫਾਸਟ ਕਿੱਥੇ ਸੀਗਾ ਗਾਂਧੀ ਜੀ ਦਾ? ਅਹਿਮਦਾਬਾਦ ਮਿਲ ਸਟ੍ਰਾਈਕ ਦੇ ਦੌਰਾਨ। ਸੋ ਆਪਾਂ ਲਾਸਟ ਲੈਕਚਰ ਦੇ ਵਿੱਚ ਸਾਰਾ ਕੁਝ ਪੜ੍ਹਿਆ ਸੀ, ਜਿਹਨੇ ਨਹੀਂ ਪੜ੍ਹਿਆ ਜਾ ਕੇ ਜ਼ਰੂਰ ਪੜ੍ਹੋ। ਜਿਹੜਾ ਚੰਪਾਰਨ ਦਾ ਸੱਤਿਆਗ੍ਰਹਿ ਸੀ ਸਭ ਤੋਂ ਪਹਿਲਾ ਸੱਤਿਆਗ੍ਰਹਿ ਸੀ ਗਾਂਧੀ ਜੀ ਦਾ। ਉਸ ਤੋਂ ਬਾਅਦ ਉਹਨਾਂ ਨੇ ਅਹਿਮਦਾਬਾਦ ਮਿਲ ਸਟ੍ਰਾਈਕ ਦੇ ਵਿੱਚ ਕੀਤਾ ਸੱਤਿਆਗ੍ਰਹਿ ਪਲੱਸ ਫਾਸਟ ਰੱਖਿਆ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਖੇੜਾ ਸੱਤਿਆਗ੍ਰਹਿ ਕੀਤਾ ਜਿੱਥੇ ਉਹਨੇ ਨੋਨ ਕਾਰਪੋਰੇਸ਼ਨ ਮੂਵਮੈਂਟ ਪਹਿਲੀ ਵਾਰੀ ਬਿਗਿਨ ਕੀਤੀ, ਮਤਲਬ ਕਿ ਪਹਿਲੀ ਵਾਰੀ ਅੰਗਰੇਜ਼ਾਂ ਦੇ ਨਾਲ ਸਹਿਮਤੀ ਆਪਣੀ ਨਹੀਂ ਜਤਾਈ। ਸੋ ਇਹ ਬਹੁਤ ਹੀ ਇੰਪੋਰਟੈਂਟ ਹੈਗੇ ਆ। ਸੋ ਈਵੈਂਟਸ ਤੁਹਾਨੂੰ ਉਹਨਾਂ ਦਾ ਕਰੋਨੋਲੋਜੀਕਲ ਆਰਡਰ ਆਪਾਂ ਨੂੰ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਹੁੰਦਾ, ਪਰਟੀਕੂਲਰਲੀ ਜੇ ਆਪਾਂ PCS ਦੀ ਗੱਲ ਕਰੀਏ ਜਾਂ ਆਪਾਂ ਜਿਵੇਂ ਹੁਣ ਆਪਣਾ ਨਾਇਬ ਤਹਿਸੀਲਦਾਰ ਹੋਣ ਵਾਲਾ ਹੈ ਜਾਂ PCS ਹੋਣ ਵਾਲਾ ਜਾਂ ਜਿੰਨੇ ਹੋਰ ਵੀ PPSC ਦੇ ਐਗਜ਼ਾਮ ਹੈ ਉਹਨਾਂ ਲਈ ਬਹੁਤ ਹੀ ਜ਼ਿਆਦਾ ਰੈਲੇਵੈਂਟ ਹੈਗਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਚੰਪਾਰਨ ਸੱਤਿਆਗ੍ਰਹਿ ਵਾਜ਼ ਰਿਲੇਟਡ ਹੋ। ਸੋ ਜਿਹੜਾ ਆਪਣਾ ਚੰਪਾਰਨ ਦਾ ਸੱਤਿਆਗ੍ਰਹਿ ਹੈਗਾ ਕਿਸ ਸਿਸਟਮ ਦੇ ਨਾਲ ਰਿਲੇਟਡ ਹੈਗਾ? ਤਾਂ ਆਪਣਾ ਆਨਸਰ ਆ ਜਾਊਗਾ ਤੀਨ ਖੱਟੀਆ ਸਿਸਟਮ ਦੇ ਨਾਲ ਰਿਲੇਟਡ ਹੈਗਾ ਚੰਪਾਰਨ ਸੱਤਿਆਗ੍ਰਹਿ। ਤੁਸੀਂ ਵੇਖ ਸਕਦੇ ਹੋ ਤੀਨ ਖੱਟੀਆ ਸਿਸਟਮ ਆਪਾਂ ਐਕਸਪਲੇਨ ਵੀ ਕੀਤਾ ਸੀ, ਆਪਾਂ ਦੁਬਾਰਾ ਵੀ ਐਕਸਪਲੇਨ ਕਰ ਲੈਂਦੇ ਹਾਂ। ਤੀਨ ਖੱਟੀਆ ਸਿਸਟਮ ਕੀ ਹੁੰਦਾ? ਜਿਹੜਾ ਕੋਈ ਵੀ ਜ਼ਿਮੀਂਦਾਰ ਹੈਗਾ, ਸਪੋਜ਼ ਕਰ ਲਓ ਕਿਸੇ ਕੋਲ 3 ਕਿੱਲੇ ਹੈਗੇ ਆ, ਤਾਂ ਉਹਨੂੰ ਜਿਹੜਾ 1 ਕਿੱਲਾ ਹੋਊਗਾ ਉਹਦੇ ਉੱਤੇ ਇੰਡੀਗੋ ਦੀ ਕਲਟੀਵੇਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ, ਮੈਂਡੇਟਰੀ ਸੀਗੀ। ਅੰਗਰੇਜ਼ਾਂ ਦੁਆਰਾ ਇੱਕ ਕਾਨੂੰਨ ਬਣਾਇਆ ਗਿਆ ਸੀਗਾ ਜਿਹਨੂੰ ਕਿਹਾ ਜਾਂਦਾ ਸੀ ਤੀਨ ਖੱਟੀਆ ਸਿਸਟਮ। ਸੋ 1/3 ਪੋਰਸ਼ਨ ਆਫ ਲੈਂਡ ਅੰਡਰ ਦੀ ਕਲਟੀਵੇਸ਼ਨ ਆਫ ਇੰਡੀਗੋ। ਸੋ ਇਹ ਰੂਲ ਸੀਗਾ, ਇਹਨੂੰ ਕਿਹਾ ਜਾਂਦਾ ਤੀਨ ਖੱਟੀਆ ਸਿਸਟਮ, ਜਿਹਦੇ ਕਰਕੇ ਚੰਪਾਰਨ ਸੱਤਿਆਗ੍ਰਹਿ ਹੋਇਆ ਸੀਗਾ, ਠੀਕ ਹੈ। ਹੂ ਇਨਵਾਈਟਡ ਗਾਂਧੀ ਜੀ ਚੰਪਾਰਨ। ਸੋ ਗਾਂਧੀ ਜੀ ਨੂੰ ਕਿਹਨੇ ਇਨਵਾਈਟ ਕੀਤਾ ਸੀ ਚੰਪਾਰਨ ਦੇ ਵਿੱਚ? ਤਾਂ ਆਪਣਾ ਆਨਸਰ ਆ ਜਾਊਗਾ ਰਾਜਕੁਮਾਰ ਸ਼ੁਕਲਾ ਨੇ ਗਾਂਧੀ ਜੀ ਨੂੰ ਇਨਵਾਈਟ ਕੀਤਾ ਸੀਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਈ ਵਾਰੀ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਵੀ ਹੋਇਆ ਹੈਗਾ। ਜਿਹੜਾ ਰਾਜਕੁਮਾਰ ਸ਼ੁਕਲਾ ਵਾਲਾ ਕੁਐਸਚਨ ਹੈਗਾ, ਇਹ ਜਿਹੜੇ ਆਪਣੇ ਪਟਵਾਰੀ ਦੇ ਐਗਜ਼ਾਮ ਹੈਗੇ ਆ, ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੈਗਾ, ਉਹਨਾਂ ਵਿੱਚ ਪੁੱਛਣ ਦੇ ਜ਼ਿਆਦਾ ਚਾਂਸਿਸ ਹੈਗੇ ਆ। PPSC ਦੇ ਵਿੱਚ ਇਹ ਜਿਹਾ ਕੁਐਸਚਨ ਬਹੁਤ ਹੀ ਰੇਅਰ ਪੁੱਛਿਆ ਜਾਂਦਾ ਹੁੰਦਾ ਵੀ ਗਾਂਧੀ ਜੀ ਨੂੰ ਚੰਪਾਰਨ ਦੇ ਵਿੱਚ ਕਿਹਨੇ ਇਨਵਾਈਟ ਕੀਤਾ ਸੀ? ਤਾਂ ਆਪਣਾ ਆਨਸਰ ਆ ਜਾਊਗਾ ਰਾਜਕੁਮਾਰ ਸ਼ੁਕਲਾ ਨੇ ਗਾਂਧੀ ਜੀ ਨੂੰ ਚੰਪਾਰਨ ਦੇ ਵਿੱਚ ਇਨਵਾਈਟ ਕੀਤਾ ਸੀਗਾ। ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਇਨ ਵਿਚ ਈਅਰ ਗਾਂਧੀ ਜੀ ਰਿਟਰਨ ਫਰੋਮ ਸਾਊਥ ਅਫਰੀਕਾ। ਸੋ ਇਹ ਕਈ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ। ਜਦੋਂ ਗਾਂਧੀ ਜੀ ਰਿਟਰਨ ਹੋਈ ਸੀਗੀ ਤਾਂ ਆਪਣੇ ਇੱਕ ਡੈਸਪੋਰਾ ਡੇ ਵੀ ਮਨਾਇਆ ਜਾਂਦਾ ਹੁਣੇ। ਸੋ ਗਾਂਧੀ ਜੀ ਰਿਟਰਨ ਹੋਏ ਸੀਗੇ 1915 ਦੇ ਵਿੱਚ, ਠੀਕ ਹੈ। ਹਾਊ ਮੈਨੀ ਈਅਰਸ ਡਿਡ ਗਾਂਧੀ ਜੀ ਲਿਵ ਇਨ ਸਾਊਥ ਅਫਰੀਕਾ? ਸੋ ਕਿੰਨੇ ਸਾਲ ਗਾਂਧੀ ਜੀ ਸਾਊਥ ਅਫਰੀਕਾ ਦੇ ਵਿੱਚ ਰਹੇ ਸੀ? ਤਾਂ ਆਪਣਾ ਆਨਸਰ ਆ ਜਾਊਗਾ 21 ਸਾਲ ਗਾਂਧੀ ਜੀ ਸਾਊਥ ਅਫਰੀਕਾ ਦੇ ਵਿੱਚ ਰਹੇ ਸੀਗੇ। ਸੋ ਬਹੁਤ ਹੀ ਇੰਪੋਰਟੈਂਟ ਚੀਜ਼ਾਂ ਹੈਗੀਆਂ। ਲਗਭਗ 1993 ਦੇ ਵਿੱਚ ਗਾਂਧੀ ਜੀ ਗਏ ਸੀ ਅਤੇ 1915 ਦੇ ਵਿੱਚ ਗਾਂਧੀ ਜੀ ਵਾਪਿਸ ਮੁੜ ਆਏ ਸੀਗੇ। ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਈ ਵਾਰੀ ਪੁੱਛਿਆ ਗਿਆ ਵੀ ਜਿਹੜੇ ਆਪਣੇ ਖਾਸ ਕਰਕੇ ਜਿਹੜੇ ਆਪਣੇ ਪਟਵਾਰੀ ਦੇ ਪੇਪਰ ਆਉਂਦੇ ਆ ਜਾਂ ਜਿਹੜੇ ਹੋਰ ਕਲੈਰੀਕਲ ਲੈਵਲ ਦੇ ਪੇਪਰ ਆਉਂਦੇ ਆ,
ਤਾਂ ਉਹਦੇ ਵਿੱਚ ਕਈ ਵਾਰੀ ਪੁੱਛਿਆ ਜਾਂਦਾ ਵੀ ਗਾਂਧੀ ਜੀ ਸਾਊਥ ਅਫਰੀਕਾ ਤੋਂ ਇੰਡੀਆ ਦੇ ਵਿੱਚ ਕਦੋਂ ਆਏ ਸੀ, ਤਾਂ ਆਪਣਾ ਆਨਸਰ ਆ ਜਾਊਗਾ 1915 ਦੇ ਵਿੱਚ। ਸੋ ਛੋਟੀਆਂ ਛੋਟੀਆਂ ਗੱਲਾਂ ਤੁਸੀਂ ਸਾਰਿਆਂ ਨੇ ਧਿਆਨ ਦੇ ਵਿੱਚ ਸਾਰਾਬੰਦੀ ਕੈਂਪੇਨ ਇਨ 1922 ਵਾਜ਼ ਲੈਡ ਬਾਏ ਦਾ, ਸੋ ਇੱਕ ਤਰ੍ਹਾਂ ਦੀ ਕੀ ਨਾਮ ਹੈ ਕਿਸਾਨ ਮੂਵਮੈਂਟ ਸੀਗੀ ਜਿਹਦੇ ਵਿੱਚ ਨੋ ਟੈਕਸ ਕੈਂਪੇਨ ਸੀਗੀ ਜਿਹੜੀ ਲਾਂਚ ਕੀਤੀ ਗਈ ਸੀ ਬਾਈ ਦੀ ਸਰਦਾਰ ਵੱਲਭ ਭਾਈ ਪਟੇਲ। ਹੁਣੇ ਬਿਹਾਰ ਦਾ PCS ਹੋਇਆ ਸੀਗਾ 2019 ਦੇ ਵਿੱਚ, ਤਾਂ ਉਹਦੇ ਵਿੱਚ ਆ ਸੇਮ ਹੀ ਕੁਐਸਚਨ ਪੁੱਛਿਆ ਗਿਆ ਸੀਗਾ ਬਈ ਜਿਹੜੀ ਸਾਰਾਬੰਦੀ ਕੈਂਪੇਨ ਹੈ 1922 ਦੇ ਵਿੱਚ ਉਹ ਕਿਹਨੇ ਸਟਾਰਟ ਕੀਤੀ ਸੀ, ਤਾਂ ਆਪਣਾ ਆਨਸਰ ਆ ਜਾਊਗਾ ਸਰਦਾਰ ਵੱਲਭ ਭਾਈ ਪਟੇਲ ਨੇ 1922 ਦੇ ਵਿੱਚ ਸਾਰਾਬੰਦੀ ਕੈਂਪੇਨ ਸਟਾਰਟ ਕੀਤੀ ਸੀ। ਬਹੁਤ ਹੀ ਇੰਪੋਰਟੈਂਟ ਹੈ। ਨੈਕਸਟ ਹੈਗਾ ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਲਿੰਕਡ ਕਲੋਜ਼ਲੀ ਵਿਦ ਦਾ ਕਿਸਾਨ ਸਭਾ ਮੂਵਮੈਂਟ ਇਨ 1930s। ਸੋ 1930 ਦੇ ਵਿੱਚ ਕੌਣ ਬਹੁਤ ਹੀ ਜ਼ਿਆਦਾ ਕਲੋਜ਼ਲੀ ਲਿੰਕਡ ਸੀਗਾ ਕਿਸਾਨ ਸਭਾ ਮੂਵਮੈਂਟ ਦੇ ਨਾਲ, ਆਲ ਇੰਡੀਆ ਕਿਸਾਨ ਸਭਾ ਮੂਵਮੈਂਟ ਦੇ ਨਾਲ, ਤਾਂ ਆਪਣਾ ਆਨਸਰ ਆ ਜਾਊਗਾ ਸਵਾਮੀ ਸ਼ਾਹਜਾਨੰਦ। ਬਹੁਤ ਇੰਪੋਰਟੈਂਟ ਹੈਗਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਆਪਾਂ, ਸਵਾਮੀ ਸ਼ਾਹਜਾਨੰਦ ਆਲ ਇੰਡੀਆ ਕਿਸਾਨ ਮੂਵਮੈਂਟ ਨੂੰ ਲੀਡ ਕਰ ਰਹੇ ਸੀ 1930 ਦੇ ਵਿੱਚ। ਸੋ ਸਾਰਾਬੰਦੀ ਕੈਂਪੇਨ ਕਿਹਨੇ ਲਾਂਚ ਕੀਤੀ, ਜਿਹੜੀ ਇੱਕ ਨੋ ਟੈਕਸ ਮੂਵਮੈਂਟ ਸੀਗੀ ਜਿਹੜੀ ਬ੍ਰਿਟਿਸ਼ਰਸ ਅਗੇਂਸਟ ਚਲਾਈ ਗਈ ਸੀ, ਤਾਂ ਆਪਣਾ ਆਨਸਰ ਆ ਜਾਊਗਾ ਸਰਦਾਰ ਵੱਲਭ ਭਾਈ ਪਟੇਲ। ਸੋ ਆਪਾਂ ਨੂੰ ਇਹ ਵੀ ਪੁੱਛ ਲਿਆ ਜਾਂਦਾ ਵੀ ਜਿਹੜੀ ਸਾਰਾਬੰਦੀ ਕੈਂਪੇਨ ਹੈ ਕਦੋਂ ਹੋਈ ਸੀਗੀ, ਤਾਂ ਆਪਣਾ ਆਨਸਰ ਆ ਜਾਊਗਾ 1922 ਈਸਵੀ ਦੇ ਵਿੱਚ। ਸੋ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਨਾਟ ਐਸੋਸੀਏਟਿਡ ਵਿਦ ਦਾ ਫਾਰਮੇਸ਼ਨ ਆਫ UP ਕਿਸਾਨ ਸਭਾ ਇਨ ਫੈਬਰਰੀ 1918। ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। UP ਕਿਸਾਨ ਸਭਾ 1918 ਦੇ ਵਿੱਚ ਜਿਹੜੀ ਇਸਟੈਬਲਿਸ਼ ਹੋਈ ਸੀ ਉਹਨਾਂ ਨਾਲ ਕਿਹੜਾ ਬੰਦਾ ਰਿਲੇਟਡ ਹੈ ਨਹੀਂ ਸੀਗਾ। ਆਪਾਂ ਨੂੰ ਪੁੱਛਿਆ ਉੱਥੇ ਤੁਸੀਂ ਜਦੋਂ ਵੀ ਐਗਜ਼ਾਮ ਦੇਣ ਜਾਓ ਤੁਸੀਂ ਉੱਥੇ ਨੋਟ ਵਾਲੀਆਂ ਚੀਜ਼ਾਂ ਤੁਸੀਂ ਬਹੁਤ ਹੀ ਮਤਲਬ ਇੱਕ ਤਰ੍ਹਾਂ ਦੀ ਕਹਿ ਸਕਦੇ ਹਾਂ ਪ੍ਰੀਸਾਈਜ਼ ਵੇ ਦੇ ਵਿੱਚ ਵੇਖਣੀ ਹੈ ਵੀ ਕਿਹਨਾਂ ਨਾਲ ਨੋਟ ਲੱਗਿਆ ਜਾਂ ਪੁੱਛਿਆ ਹੋਇਆ ਵੀ ਕਿਹੜਾ ਰਿਲੇਟਡ ਹੈਗਾ। ਕਈ ਵਾਰੀ ਆਪਾਂ ਉੱਥੇ ਗਲਤੀ ਕਰ ਲੈਂਦੇ ਹਾਂ ਪੜ੍ਹਨ ਦੇ ਵਿੱਚ। ਸੋ ਆਪਾਂ ਨੂੰ ਪੁੱਛਿਆ ਹੋਇਆ ਹੈਗਾ ਵੀ UP ਕਿਸਾਨ ਸਭਾ ਦੇ ਨਾਲ ਕਿਹੜਾ ਬੰਦਾ ਨਹੀਂ ਜੁੜਿਆ ਹੋਇਆ, ਤਾਂ ਆਪਣਾ ਆਨਸਰ ਆ ਜਾਊਗਾ ਜਵਾਹਰ ਲਾਲ ਨਹਿਰੂ। ਇੰਦਰ ਨਾਰਾਇਣ ਦਿਵੇੜੀ ਵੀ ਇਹਦੇ ਨਾਲ ਜੁੜਿਆ ਹੋਇਆ, ਗੌਰੀ ਸ਼ੰਕਰ ਮਿਸ਼ਰਾ, ਮਦਨ ਮੋਹਨ ਵਾਲੀਆ, ਇਹ ਸਾਰੇ ਦੇ ਸਾਰੇ UP ਕਿਸਾਨ ਸਭਾ ਮੂਵਮੈਂਟ ਦੇ ਨਾਲ ਜੁੜੇ ਹੋਏ ਆ। ਸੋ ਇਹ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ। ਆਪਾਂ ਨੂੰ ਕਈ ਵਾਰੀ ਏਕਾ ਮੂਵਮੈਂਟ ਦੇ ਨਾਲ ਪੁੱਛਿਆ ਜਾਂਦਾ, ਏਕਾ ਮੂਵਮੈਂਟ ਕਿਹਨੇ ਲੀਡ ਕੀਤੀ ਸੀਗੀ, ਤਾਂ ਆਪਾਂ ਪ੍ਰੀਵੀਅਸ ਲੈਕਚਰਸ ਦੇ ਵਿੱਚ ਪੜ੍ਹ ਕੇ ਆਏ ਸੀਗੇ ਏਕਾ ਮੂਵਮੈਂਟਸ ਕਿਹਨੇ ਲੀਡ ਕੀਤੀ ਸੀਗੀ, ਮਦਾਰੀ ਪਾਸੀ ਨੇ ਲੀਡ ਕੀਤੀ ਸੀ ਏਕਾ ਮੂਵਮੈਂਟ। ਠੀਕ ਹੈ ਜੀ। ਤੋ ਮੁੰਡਾ ਰਿਵੀਲਨ ਕਿਹਨੇ ਕੀਤਾ ਸੀਗਾ, ਬਿਰਸਾ ਮੁੰਡਾ ਨੇ। ਠੀਕ ਹੈ ਜੀ। ਇੰਡੀਗੋ ਰਿਵੋਲਟ ਕਿਹਨੇ ਕੀਤੇ ਸੀ, ਬਿਸਵਾਸ ਬ੍ਰਦਰਸ ਨੇ। ਠੀਕ ਹੈ ਜੀ। ਅਤੇ ਆਪਣੇ ਸੰਥਲ ਰਿਵੀਲੀਅਨ ਸ਼ਾਹੂ ਅਤੇ ਕੁੰਨੂ, ਇਹ ਆਪਾਂ ਲੀਡਰਸ ਪੜ੍ਹੇ ਸੀਗੇ, ਲੀਡਰਸ ਜੋ ਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੇ। ਆਰਿਆ ਸਮਾਜ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ, ਬ੍ਰਹਮੋ ਸਮਾਜ ਆਪਣੇ ਰਾਜਾ ਰਾਮ ਮੋਹਨ ਰਾਏ, ਜਿਵੇਂ ਯੰਗ ਇੰਡੀਆ ਸੁਸਾਇਟੀ ਕਿਹਨੇ ਫਾਰਮ ਕੀਤੀ ਸੀਗੀ। ਤਾਂ ਇਹ ਸਾਰੀਆਂ ਆਪਾਂ ਗੱਲਾਂ ਪੋਲੀਟੀਕਲ ਔਰਗਨਾਈਜੇਸ਼ਨ ਦਾ ਜਿਹੜਾ ਲੈਕਚਰ ਪੜ੍ਹਿਆ ਸੀਗਾ ਉਹਦੇ ਵਿੱਚ ਸਾਰੀਆਂ ਦੀ ਸਾਰੀਆਂ ਗੱਲਾਂ ਆਪਾਂ ਪੜ੍ਹ ਕੇ ਆਏ ਹਾਂ। ਸੋ ਜਿਹਨੇ ਆ ਕੇ ਲੈਕਚਰ ਨਹੀਂ ਵੇਖੇ ਪ੍ਰੋਪਰ, ਤੁਹਾਨੂੰ ਹਰ ਡਿਟੇਲ ਦੇ ਵਿੱਚ ਆਪਾਂ ਲੈਕਚਰਸ ਕੀਤੇ ਹੋਏ, ਜਿਹਨੇ ਨਹੀਂ ਵੇਖੇ ਜਾ ਕੇ ਜ਼ਰੂਰ ਵੇਖੋ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਏਕਾ ਮੂਵਮੈਂਟ ਵਾਜ਼ ਸਟਾਰਟਡ ਬਾਏ, ਸੋ ਏਕਾ ਮੂਵਮੈਂਟ ਕਿੰਨੇ, ਹੁਣੇ ਹੀ ਆਪਾਂ ਗੱਲ ਕਰ ਰਹੇ ਸੀ ਏਕਾ ਮੂਵਮੈਂਟ ਦਾ ਜ਼ਿਕਰ ਕੀਤਾ ਜਾ ਰਿਹਾ ਸੀਗਾ। ਏਕਾ ਮੂਵਮੈਂਟ ਮਦਾਰੀ ਪਾਸੀ ਨੇ ਸਟਾਰਟ ਕੀਤੀ ਸੀਗੀ। ਹੁਣ ਜਿਹੜੀਆਂ 1930 ਦੇ ਵਿੱਚ ਮੂਵਮੈਂਟਸ ਹੋ ਰਹੀਆਂ ਸੀ ਜਾਂ ਕਹਿ ਸਕਦੇ 1920s ਦੇ ਵਿੱਚ ਮੂਵਮੈਂਟ ਹੋ ਰਹੀਆਂ ਸੀਗੀਆਂ, ਵੈਲ ਔਰਗਨਾਈਜ਼ਡ ਮੂਵਮੈਂਟ ਸੀਗੀਆਂ। ਉਹਨਾਂ ਨੂੰ ਏਮ ਪਤਾ ਸੀ ਸਾਡਾ ਏਮ ਕੀ ਹੈ, ਬ੍ਰਿਟਿਸ਼ ਰੂਲ ਨੂੰ ਥਰੂ ਆਊਟ ਕਰਨਾ। ਠੀਕ ਹੈ। ਪਰ ਜਿਹੜੀਆਂ 80s ਦੇ ਵਿੱਚ ਮੂਵਮੈਂਟ ਹੋ ਰਹੀਆਂ ਸੀ, 50s ਦੇ ਅਰਾਊਂਡ ਮੂਵਮੈਂਟ ਹੋ ਰਹੀ ਸੀ, ਜ਼ਿਮੀਂਦਾਰਾਂ ਦੇ ਅਗੇਂਸਟ ਹੋ ਰਹੀਆਂ ਸੀਗੀਆਂ। ਜ਼ਿਮੀਂਦਾਰਾ ਸਿਸਟਮ ਸੀਗਾ, ਵੈਲ ਔਰਗਨਾਈਜ਼ਡ ਮੂਵਮੈਂਟ ਨਹੀਂ ਸੀਗੀ, ਇੱਕ ਐਸੋਸੀਏਸ਼ਨ ਹੈ ਨਹੀਂ ਸੀਗੀ ਉਹਨਾਂ ਮੂਵਮੈਂਟਸ ਦੀ। ਠੀਕ ਹੈ ਜੀ। ਉਹਨਾਂ ਦੇ ਜਿਹੜੇ ਤਰੀਕੇ ਸੀ ਉਹ ਬਹੁਤ ਹੀ ਡਿਫਰੈਂਟ ਸੀ, ਜਿਹੜੇ ਹੁਣ 1920 ਦੇ ਤਰੀਕੇ ਸੀ ਉਹਨਾਂ ਨਾਲੋਂ ਬਹੁਤ ਡਿਫਰੈਂਟ ਸੀਗੇ। ਸੋ ਜਦੋਂ ਆਪਾਂ ਇਹ ਮਤਲਬ ਜੋ ਤੁਹਾਡੀ ਅੰਡਰਸਟੈਂਡਿੰਗ ਐਨਹਾਂਸ ਕਰਨ ਵਾਸਤੇ ਚੀਜ਼ਾਂ ਹੁੰਦੀਆਂ ਵੀ 1920 ਦੀਆਂ ਜਿਹੜੀਆਂ ਮੂਵਮੈਂਟ ਸੀ ਜਾਂ ਕਹਿ ਸਕਦੇ 1990s ਦੀਆਂ ਜਿਹੜੀ ਮੂਵਮੈਂਟ ਸੀ 80s ਦੇ ਮੂਵਮੈਂਟ ਨਾਲੋਂ ਕਿਵੇਂ ਡਿਫਰੈਂਟ ਹੈਗੀਆਂ। ਸੋ ਜਦੋਂ ਆਪਾਂ ਨੂੰ ਕਈ ਵਾਰੀ ਕਨਸੈਪਚੁਅਲ ਕੁਐਸਚਨ ਪੁੱਛ ਲੈਂਦੀ PPSC ਤਾਂ ਉਹਦੇ ਲਈ ਜ਼ਰੂਰੀ ਹੈਗੀ ਇਹ ਚੀਜ਼। ਨੈਕਸਟ ਕੁਐਸਚਨ ਹੈਗਾ ਹੂ ਪ੍ਰੈਜ਼ਾਈਡਡ ਓਵਰ ਦਾ ਫਸਟ ਸੈਸ਼ਨ ਆਫ ਆਲ ਇੰਡੀਆ ਕਿਸਾਨ ਸਭਾ। ਸੋ ਇਹ ਆਪਾਂ ਪਹਿਲਾਂ ਵੀ ਪੜ੍ਹ ਕੇ ਆਏ ਹਾਂ ਵੀ ਜਿਹੜਾ ਆਲ ਇੰਡੀਆ ਕਿਸਾਨ ਸਭਾ ਨੂੰ ਕੌਣ ਲੀਡ ਕਰ ਰਿਹਾ ਸੀ, ਤਾਂ ਆਪਣਾ ਆਨਸਰ ਆ ਜਾਊਗਾ ਸਵਾਮੀ ਸ਼ਾਹਜਾਨੰਦ ਲੀਡ ਕਰ ਰਹੇ ਸੀਗੇ ਆਲ ਇੰਡੀਆ ਕਿਸਾਨ ਸਭਾ ਨੂੰ। ਸੋ ਜਿੰਨੀਆਂ ਵੀ 1930s ਦੀਆਂ ਮੂਵਮੈਂਟ ਹੋਈਆਂ ਸੀਗੀਆਂ ਉਹਨਾਂ ਦੇ ਵਿੱਚ ਮੇਜਰ ਰੋਲ ਪਲੇ ਕੀਤਾ ਉਹ ਕੀਤਾ ਸਵਾਮੀ ਸ਼ਾਹਜਾਨੰਦ ਨੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗਾ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਸਵਾਮੀ ਸ਼ਾਹਜਾਨੰਦ ਦਾ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਆਪਾਂ ਨੂੰ ਕਿਸਾਨ ਸਭਾ ਦੇ ਨਾਲ ਰਿਲੇਸ਼ਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ। ਜਿਵੇਂ ਮਦਾਰੀ ਪਾਸੀ ਏਕਾ ਮੂਵਮੈਂਟ ਦੇ ਨਾਲ ਰਿਲੇਟਡ ਹੈਗੇ ਆ, ਸਵਾਮੀ ਸ਼ਾਹਜਾਨੰਦ ਆਲ ਇੰਡੀਆ ਕਿਸਾਨ ਸਭਾ ਦੇ ਨਾਲ ਰਿਲੇਟਡ ਹੈਗੇ ਆ। ਸੋ ਜੇ ਆਪਾਂ ਕਿਸਾਨ ਸਭਾ ਮੂਵਮੈਂਟਸ ਦੀ ਗੱਲ ਕਰੀਏ ਤਾਂ ਇਹ ਦੋ ਨਾਮ ਜਿਹੜੇ ਆਪਾਂ ਪਹਿਲਾਂ ਪੜ੍ਹ ਕੇ ਆਏ ਹਾਂ, UP ਕਿਸਾਨ ਸਭਾ
ਏਕਾ ਮੂਵਮੈਂਟ ਤੇ ਇੱਕ ਆਲ ਇੰਡੀਆ ਕਿਸਾਨ ਸਭਾ, ਤਿੰਨੇ ਹੀ ਬਹੁਤ ਇੰਪੋਰਟੈਂਟ ਹੈਗੀਆਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਮੈਂ ਤੁਹਾਨੂੰ ਆਲਰੇਡੀ ਵੀ ਜਿਹੜੇ ਆਪਣੇ ਪ੍ਰੀਵੀਅਸ ਲੈਕਚਰਸ ਹੈਗੇ ਉਹਨਾਂ ਵਿੱਚ ਵੀ ਕਈ ਵਾਰੀ ਤੁਹਾਨੂੰ ਦੱਸਿਆ ਵੀ ਆਪਣਾ ਮੇਨ ਏਮ ਕੀ ਹੈਗਾ, ਵੀ ਤੁਹਾਨੂੰ ਸਟੈਂਡਰਡ ਕੁਐਸਚਨ ਕਰਵਾਉਣੇ ਜਾਂ ਜੋ ਕਿ ਤੁਹਾਡੇ ਐਗਜ਼ਾਮ ਕਲੀਅਰ ਕਰਨ ਦੇ ਵਿੱਚ ਹੈਲਪ ਕਰਨ, ਨਾ ਕਿ ਤੁਹਾਨੂੰ ਮਤਲਬ ਤੁਹਾਡੀ ਨੌਲੇਜ ਇਨਹਾਂਸ ਕਰੀ ਜਾਣ। ਆਪਣਾ ਮੇਨ ਕੰਮ ਨੌਲੇਜ ਨਹੀਂ, ਆਪਣਾ ਮੇਨ ਕੰਮ ਹੈ ਐਗਜ਼ਾਮ ਕਰੈਕ ਕਰਨਾ। ਸੋ ਕਿਸੇ ਵੀ ਢੰਗ ਦੇ ਨਾਲ ਆਪਾਂ ਐਗਜ਼ਾਮ ਕਰੈਕ ਕਰੀਏ, ਐਨੀ ਹਾਓ ਆਪਾਂ ਕਰੀਏ। ਸੋ ਉਹ ਕੁਐਸਚਨ ਕਰਾਂਗੇ ਜੋ ਆਪਣੇ ਲਈ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈਗੀ ਆ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਆਲ ਇੰਡੀਆ ਕਿਸਾਨ ਸਭਾ, ਸਵਾਮੀ ਸ਼ਾਹਜਾਨੰਦ, ਏਕਾ ਮੂਵਮੈਂਟ, ਮਦਾਰੀ ਪਾਸੀ ਅਤੇ ਉਹ ਸਾਰੀਆਂ ਦੀਆਂ ਸਾਰੀਆਂ ਯੂਪੀ ਕਿਸਾਨ ਸਭਾ ਦੇ ਨਾਲ ਜਿਹੜੇ ਵੀ ਬੰਦੇ ਜੁੜੇ ਹੋਏ ਆ, ਠੀਕ ਹੈ ਜੀ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਕੁਐਸਚਨ ਹੈਗਾ ਅਖਿਲ ਭਾਰਤੀ ਕਿਸਾਨ ਸਭਾ ਕਾਂਗਰਸ ਵਾਸ ਫਾਊਂਡੇਡ। ਸੋ ਅਖਿਲ ਭਾਰਤੀ ਕਾਂਗਰਸ ਦਾ ਜਿਹੜੇ ਲੀਡਰ ਹੈਗੇ ਆਪਣੇ ਲਈ ਰੈਲੇਵੈਂਟ ਹੈ ਨਹੀਂਗੇ, ਬਸ ਆਪਾਂ ਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਉਹ ਕਦੋਂ ਫਾਰਮਡ ਹੋਈ ਸੀਗੀ ਅਖਿਲ ਭਾਰਤੀ ਕਿਸਾਨ ਸਭਾ ਕਾਂਗਰਸ। ਤਾਂ ਆਪਣਾ ਆਂਸਰ ਆ ਜਾਊਗਾ 1936 ਈਸਵੀ ਦੇ ਵਿੱਚ ਫਾਰਮਡ ਹੋਈ ਸੀਗੀ ਅਖਿਲ ਭਾਰਤੀ ਕਿਸਾਨ ਸਭਾ ਕਾਂਗਰਸ ਵਾਸ ਫਾਊਂਡਡ ਇਨ 1936। ਸੋ ਬਹੁਤ ਇੰਪੋਰਟੈਂਟ ਹੈਗਾ। ਸੋ ਨੈਕਸਟ ਕੁਐਸਚਨ ਹੈਗਾ ਵੇਅਰ ਵਾਜ਼ ਦਾ ਫਸਟ ਆਲ ਇੰਡੀਆ ਕਿਸਾਨ ਸਭਾ ਮਹਾਸਭਾ ਫਾਰਮਡ। ਸੋ ਆਲ ਇੰਡੀਆ ਫਸਟ ਕਿਸਾਨ ਸਭਾ ਦਾ ਜਿਹੜਾ ਮਹਾਸਭਾ ਦਾ ਜਿਹੜਾ ਸੈਸ਼ਨ ਹੋਇਆ ਸੀ, ਜਾਂ ਕਹਿ ਸਕਦੇ ਕਿੱਥੇ ਫਾਰਮਡ ਹੋਈ ਸੀ, ਤਾਂ ਆਪਣਾ ਆਂਸਰ ਆ ਜਾਊਗਾ ਲਖਨਊ ਦੇ ਵਿੱਚ ਫਾਰਮਡ ਹੋਈ ਸੀਗੀ। ਜਿਹੜੀਆਂ ਇਹ ਕਿਸਾਨ ਮੂਵਮੈਂਟ ਸੀਗੀਆਂ ਜ਼ਿਆਦਾ ਉਦੋਂ ਯੂਪੀ ਦੇ ਵਿੱਚ, ਜਾਂ ਕਹਿ ਸਕਦੇ ਹਾਂ ਆਪਣੇ ਗੰਗੈਟਿਕ ਪਲੇਨਸ ਦੇ ਵਿੱਚ ਜ਼ਿਆਦਾ ਪ੍ਰੋਮੀਨੈਂਟ ਸੀਗੀਆਂ, ਉੱਥੇ ਫਲਰਿਸ਼ ਕਰ ਰਹੀਆਂ ਸੀਗੀਆਂ, ਠੀਕ ਹੈ ਜੀ। ਤਾਂ ਆਪਾਂ ਜੇ ਸਾਊਥ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਕਿਸਾਨ ਮੂਵਮੈਂਟ ਜ਼ਿਆਦਾ ਫਲਰਿਸ਼ ਨਹੀਂ ਕਰ ਰਹੀਆਂ ਸੀਗੀਆਂ, ਠੀਕ ਹੈ, ਕਿਉਂਕਿ ਜਿਹੜਾ ਕਿਸਾਨ ਦਾ ਰੋਲ ਹੈਗਾ ਨਾਰਥ ਇੰਡੀਆ ਦੇ ਵਿੱਚ ਜ਼ਿਆਦਾ ਹੈਗਾ ਐਜ਼ ਕੰਪੈਰੇਟਿਵਲੀ ਟੂ ਦਾ ਸਾਊਥ ਇੰਡੀਆ। ਸੋ ਇਸੇ ਕਰਕੇ ਜਿਹੜੀਆਂ ਮੂਵਮੈਂਟ ਸੀਗੇ ਜ਼ਿਆਦਾ ਤੋਂ ਜ਼ਿਆਦਾ ਨਾਰਥ ਇੰਡੀਆ ਦੇ ਵਿੱਚ ਫਲਰਿਸ਼ ਹੋਈਆਂ। ਸੋ ਆਲ ਇੰਡੀਆ ਕਿਸਾਨ ਮਹਾਸਭਾ ਕਿੱਥੇ ਫਾਰਮਡ ਹੋਈ ਸੀ? ਲਖਨਊ ਦੇ ਵਿੱਚ ਫਾਰਮਡ ਹੋਈ। ਅਖਿਲ ਭਾਰਤੀ ਕਿਸਾਨ ਸਭਾ ਕਾਂਗਰਸ ਕਦੋਂ ਹੋਈ ਸੀਗੀ? 1936 AD ਦੇ ਵਿੱਚ, ਠੀਕ ਹੈ। ਅਤੇ ਆਲ ਇੰਡੀਆ ਕਿਸਾਨ ਸਭਾ ਦਾ ਲੀਡਰ ਕੌਣ ਸੀਗਾ? ਤਾਂ ਆਪਣਾ ਆਂਸਰ ਆ ਜਾਊਗਾ ਸਵਾਮੀ ਸ਼ਾਹਜਾਨੰਦ, ਠੀਕ ਹੈ। ਅਤੇ ਆਪਣੀ ਏਕਾ ਮੂਵਮੈਂਟ ਦੇ ਨਾਲ ਕੌਣ ਜੁੜਿਆ ਹੋਇਆ? ਮਦਾਰੀ ਪਾਸੀ ਜੁੜੇ ਹੋਏ ਆ। ਸੋ ਐਸੇ ਚਾਰਾਂ ਚੀਜ਼ਾਂ ਨੂੰ ਆਪਾਂ ਵਾਰ-ਵਾਰ ਰਿਵਾਈਜ਼ ਕਰਨਾ ਹੈ, ਜੋ ਕਿ ਆਪਣੇ ਮਤਲਬ ਦਿਮਾਗ ਵਿੱਚ ਇੱਕ ਵਾਰੀ ਉਹਨਾਂ ਨੂੰ ਫਿੱਟ ਹੋ ਜਾਣਾ ਚਾਹੀਦਾ ਐਗਜ਼ਾਮ ਤੱਕ ਤਾਂ, ਠੀਕ ਹੈ, ਲੀਸਟ ਐਗਜ਼ਾਮ ਤੱਕ। ਉਸ ਤੋਂ ਬਾਅਦ ਚਲੋ ਹੋਵੇ ਤਾਂ ਬਹੁਤ ਵਧੀਆ ਗੱਲ ਹੈ, ਨਹੀਂ ਹੋਵੇ ਤਾਂ ਵੀ ਕੋਈ ਨਹੀਂ ਆਪਣਾ, ਕਿਉਂਕਿ ਮੇਨ ਏਮ ਹੈ ਐਗਜ਼ਾਮ ਕਲੀਅਰ ਕਰਨਾ, ਠੀਕ ਹੈ। ਸੋ ਆਪਾਂ ਨੈਕਸਟ 'ਤੇ ਮੂਵ ਕਰਦੇ ਹਾਂ। ਸੋ ਨੈਕਸਟ ਹੈਗਾ ਇਨ ਵਿਚ ਵਨ ਆਫ ਦਾ ਫੋਲੋਇੰਗ ਮੂਵਮੈਂਟ ਸਰਦਾਰ ਪਟੇਲ ਪਲੇਡ ਐਨ ਇੰਪੋਰਟੈਂਟ ਰੋਲ। ਸੋ ਸਰਦਾਰ ਪਟੇਲ ਨੇ ਕਿਹੜੀ ਮੂਵਮੈਂਟ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕੀਤਾ? ਜਿਵੇਂ ਕਿ ਆਪਾਂ ਇੱਕ ਤਾਂ ਪੜ੍ਹ ਕੇ ਆਏ ਸੀ ਸਾਰਾਬੰਦੀ ਮੂਵਮੈਂਟ, ਠੀਕ ਹੈ ਜੀ। ਇੱਕ ਬਰਡੋਲੀ ਸੱਤਿਆਗ੍ਰਹਿ ਹੋਇਆ ਸੀਗਾ, ਬਹੁਤ ਹੀ ਇੰਪੋਰਟੈਂਟ ਸੀਗਾ। ਗਾਂਧੀ ਜੀ ਨੇ ਲੀਡ ਕਰਨਾ ਸੀਗਾ ਬਰਡੋਲੀ ਸੱਤਿਆਗ੍ਰਹਿ, ਪਰ ਉਹ ਕਿਸੇ ਕਾਰਨ ਕਰ ਨਹੀਂ ਪਾਏ ਸੀਗੇ, ਠੀਕ ਹੈ। ਤਾਂ ਮਤਲਬ ਸਰਦਾਰ ਵੱਲਭ ਭਾਈ ਪਟੇਲ ਨੇ ਇਹਨੂੰ ਲੀਡ ਕੀਤਾ ਸੀ, ਇਹਨਾਂ ਤੋਂ ਹੀ ਇਹਨਾਂ ਦਾ ਨਾਮ ਪਿਆ ਸੀਗਾ ਸਰਦਾਰ। ਸੋ ਜਿਹੜਾ ਆਪਣਾ ਬਡੋਲੀ ਸੱਤਿਆਗ੍ਰਹਿ ਹੋਇਆ ਸੀਗਾ ਉਹਦੇ ਦੌਰਾਨ ਹੀ ਵੂਮੈਨਸ ਇਹਨਾਂ ਨੂੰ ਸਰਦਾਰ ਕਹਿਣ ਲੱਗਿਆ ਸੀ, ਪਰ ਜਿਹੜਾ ਆਫੀਸ਼ੀਅਲ ਟਾਈਟਲ ਹੈ ਮਹਾਤਮਾ ਗਾਂਧੀ ਜੀ ਨੇ ਦਿੱਤਾ ਸੀ, ਜਿਵੇਂ ਤੁਸੀਂ ਨੈਕਸਟ ਕੁਐਸਚਨ ਦੇ ਵਿੱਚ ਵੇਖ ਸਕਦੇ ਹੋ। ਹੂ ਗੇਵ ਦਾ ਵੱਲਭ ਭਾਈ ਪਟੇਲ ਦਾ ਟਾਈਟਲ ਆਫ ਸਰਦਾਰ? ਤਾਂ ਆਪਣਾ ਆਂਸਰ ਆ ਜਾਊਗਾ ਮਹਾਤਮਾ ਗਾਂਧੀ ਨੇ ਆਫੀਸ਼ੀਅਲੀ ਇਹਨਾਂ ਨੂੰ ਟਾਈਟਲ ਦਿੱਤਾ ਸੀਗਾ, ਪਰ ਜਿਹੜਾ ਇਹਨਾਂ ਦਾ ਸਰਦਾਰ ਦਾ ਨਾਮ ਪਿਆ ਸੀ ਕਿਹੜੇ ਸੱਤਿਆਗ੍ਰਹਿ ਦੇ ਦੌਰਾਨ ਪਿਆ ਸੀ? ਤਾਂ ਆਪਣਾ ਆਂਸਰ ਆ ਜਾਊਗਾ ਬਡੋਲੀ ਸੱਤਿਆਗ੍ਰਹਿ ਦੇ ਦੌਰਾਨ। ਬਡੋਲੀ ਸੱਤਿਆਗ੍ਰਹਿ ਕਦੋਂ ਹੋਇਆ ਸੀਗਾ? 1928 ਦੇ ਵਿੱਚ ਹੋਇਆ ਸੀਗਾ, ਠੀਕ ਹੈ। ਸੋ ਇਹ ਤੁਸੀਂ ਵੇਖ ਵੀ ਸਕਦੇ ਹੋ, ਇਹਨਾਂ ਦਾ ਕ੍ਰੋਨੋਲੋਜੀਕਲ ਆਰਡਰ ਵੀ ਤੁਹਾਨੂੰ ਪੁੱਛ ਲਿਆ ਜਾਊਗਾ। ਚੰਪਾਰਨ ਸੱਤਿਆਗ੍ਰਹਿ, ਖੇੜਾ ਸੱਤਿਆਗ੍ਰਹਿ, ਬਡੋਲੀ ਸੱਤਿਆਗ੍ਰਹਿ ਜਾਂ ਸਾਰਾਬੰਦੀ ਕੈਂਪੇਨ, ਤਾਂ ਉਸ ਚੀਜ਼ ਦੇ ਵਿੱਚ ਆਪਾਂ ਕਨਫਿਊਜ਼ ਨਹੀਂ ਹੋਣਾ। ਸਭ ਤੋਂ ਪਹਿਲਾਂ ਹੋਇਆ ਚੰਪਾਰਨ, ਫਿਰ ਹੋਈ ਅਹਿਮਦਾਬਾਦ ਮਿਲ ਸਟ੍ਰਾਈਕ, ਫਿਰ ਆ ਜਾਊਗਾ ਖੇੜਾ ਸੱਤਿਆਗ੍ਰਹਿ, ਫਿਰ ਉਸ ਤੋਂ ਬਾਅਦ ਆਪਾਂ ਕਹਾਂਗੇ ਸਾਰਾਬੰਦੀ ਮੂਵਮੈਂਟ ਹੋਈ, ਫਿਰ ਉਸ ਤੋਂ ਬਾਅਦ ਆ ਜਾਊਗਾ ਆਪਣਾ ਬਡੋਲੀ ਸੱਤਿਆਗ੍ਰਹਿ, ਠੀਕ ਹੈ। ਤੋ ਇਸ ਦੇ ਵਿੱਚ ਹੋਰ ਵੀ ਜਿਹੜੇ ਇਵੈਂਟ ਆ ਤੁਹਾਨੂੰ ਕਰਾ ਦਿੱਤੇ ਜਾਣਗੇ, ਜਿਵੇਂ ਕਿ ਹੁਣ ਆਪਾਂ ਦੁਬਾਰਾ ਕ੍ਰੋਨੋਲੋਜੀਕ ਨਾਨ ਕਾਰਪੋਰੇਸ਼ਨ ਮੂਵਮੈਂਟ ਨੂੰ ਵਿੱਚ ਇਨਕਲੂਡ ਕਰਕੇ ਪੜ੍ਹੀਏ ਤਾਂ ਆਪਣਾ ਆਂਸਰ ਆ ਜਾਊਗਾ ਸਭ ਤੋਂ ਪਹਿਲਾਂ ਕੀ ਹੋਇਆ? ਚੰਪਾਰਨ ਸੱਤਿਆਗ੍ਰਹਿ, ਫਿਰ ਅਹਿਮਦਾਬਾਦ ਮਿਲ ਸਟ੍ਰਾਈਕ, ਫਿਰ ਖੇੜਾ ਸੱਤਿਆਗ੍ਰਹਿ, ਫਿਰ ਜਲਿਆਂਵਾਲਾ ਰਿਵੋਲਟ ਜਾਂ ਕਹਿ ਸਕਦੇ ਰੋਲਟ ਐਕਟ ਪਾਸ ਹੋਇਆ, ਫਿਰ ਨਾਨ ਕਾਰਪੋਰੇਸ਼ਨ ਮੂਵਮੈਂਟ ਹੋਈ, ਫਿਰ ਆਪਣਾ ਜਿਹੜਾ ਆਪਣਾ ਸਾਰਾਬੰਦੀ ਮੂਵਮੈਂਟ ਹੋਈ, ਉਸ ਤੋਂ ਬਾਅਦ ਆਪਾਂ ਕਹਿ ਸਕਦੇ ਬਡੋਲੀ ਸੱਤਿਆਗ੍ਰਹਿ ਹੋਇਆ। ਉਸ ਤੋਂ ਬਾਅਦ ਆਪਣੇ ਸਾਈਮਨ ਕਮਿਸ਼ਨ ਆਇਆ, ਫਿਰ ਉਸ ਤੋਂ ਬਾਅਦ ਆਪਣਾ ਸਵਰਾਜ ਦਾ ਰੈਜ਼ੋਲੂਸ਼ਨ ਪਾਸ ਕੀਤਾ ਗਿਆ, ਉਸ ਤੋਂ ਬਾਅਦ ਆਪਾਂ ਸਿਵਲ ਡਿਸਓਬੀਡੈਂਸ ਮੂਵਮੈਂਟ ਹੋਈ। ਸੋ ਇਸੇ ਤਰ੍ਹਾਂ ਆਪਾਂ ਕ੍ਰੋਨੋਲੋਜੀਕਲ ਆਰਡਰ, ਉਸ ਤੋਂ ਬਾਅਦ ਕੁਇਟ ਇੰਡੀਆ ਮੂਵਮੈਂਟ ਮੇਜਰ ਹੋਈ। ਸੋ ਇਸੇ ਤਰ੍ਹਾਂ ਆਪਾਂ ਕ੍ਰੋਨੋਲੋਜੀਕਲ ਆਰਡਰ ਆਪਾਂ ਯਾਦ ਕਰਨਾ ਚੀਜ਼ਾਂ ਦਾ। ਜੋ ਕ੍ਰੋਨੋਲੋਜੀਕਲ ਆਰਡਰ ਬੋਲਿਆ ਉਹਨੂੰ ਵਾਰ-ਵਾਰ ਤੁਸੀਂ ਸੁਣ ਸਕਦੇ ਹੋ, ਜਿਵੇਂ ਕਿ ਵੀਡੀਓ ਨੂੰ ਸਲੋ ਮੋਡ 'ਤੇ ਜਾ ਕੇ ਸੁਣ ਸਕਦੇ ਹੋ, ਉਹਨਾਂ ਨੂੰ ਲਿਖ ਵੀ ਸਕਦੇ ਹੋ ਕਾਪੀ 'ਤੇ, ਜਿਵੇਂ ਤੁਹਾਨੂੰ ਕਨਵੀਨੀਅੰਟ ਲੱਗਦਾ ਉਵੇਂ ਕਰ ਸਕਦੇ ਹੋ। ਜਦੋਂ ਵੀ ਤੁਸੀਂ ਲੈਕਚਰ ਲਾਉਣ ਲੱਗੋ ਹਿਸਟਰੀ ਦਾ ਜਾਂ ਕੋਈ ਵੀ ਲੈਕਚਰ ਲਾਉਣ ਲੱਗੋ, ਤੁਸੀਂ ਕਾਪੀ ਪੈਨ ਜ਼ਰੂਰ ਰੱਖਿਆ ਕਰੋ ਆਪਣੇ ਕੋਲ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜੋ ਚੀਜ਼ਾਂ ਜ਼ਰੂਰੀ ਹੁੰਦੀਆਂ, ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਉਸੇ ਕੁਐਸਚਨ 'ਚ ਤੁਹਾਨੂੰ ਦੱਸਣਾ,
ਤਾਂ ਜੋ ਵੀ ਐਕਸਟਰਾ ਚੀਜ਼ਾਂ ਦੱਸਦਾ ਤੁਸੀਂ ਕਾਪੀ ਪੈਨ 'ਤੇ ਲਿਖ ਲੈਣੀਆਂ, ਠੀਕ ਹੈ ਜੀ। ਸੋ ਵੱਲਭ ਭਾਈ ਪਟੇਲ ਨੂੰ ਸਰਦਾਰ ਦਾ ਟਾਈਟਲ ਦਿੱਤਾ ਸੀਗਾ ਮਹਾਤਮਾ ਗਾਂਧੀ ਨੇ। ਵੈਸੇ ਇਹਨਾਂ ਦਾ ਜਿਹੜਾ ਨਾਮ ਪਿਆ ਸੀਗਾ ਉਹ ਬਡੋਲੀ ਸੱਤਿਆਗ੍ਰਹਿ ਦੇ ਦੌਰਾਨ ਇਹਨਾਂ ਦਾ ਨਾਮ ਪਿਆ ਸੀਗਾ ਸਰਦਾਰ, ਠੀਕ ਹੈ ਜੀ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਹੂ ਸਟਾਰਟਡ ਭੂਦਾਨ ਮੂਵਮੈਂਟ। ਬਹੁਤ ਹੀ ਇੰਪੋਰਟੈਂਟ ਭੂਦਾਨ ਮੂਵਮੈਂਟ ਹੈਗੀ, ਆਫਟਰ ਇੰਡੀਪੈਂਡੈਂਸ ਦੀ ਗੱਲ ਕਰ ਰਹੇ ਹਾਂ ਆਪਾਂ। ਭੂਦਾਨ ਮੂਵਮੈਂਟ ਹੋਈ ਸੀਗੀ ਸੋ 1950s ਦੇ ਅਰਾਊਂਡ ਹੋਈ ਸੀ, 56 70 57 ਦੇ ਅਰਾਊਂਡ ਹੋਈ ਸੀਗੀ ਭੂਦਾਨ ਮੂਵਮੈਂਟ। ਇਹ ਕਿਹਨੇ ਸਟਾਰਟ ਕੀਤੀ ਸੀਗੀ? ਵਿਨੋਦ ਭਾਵੇ ਨੇ ਸਟਾਰਟ ਕੀਤੀ ਸੀ ਭੂਦਾਨ ਮੂਵਮੈਂਟ, ਆਂਧਰਾ ਪ੍ਰਦੇਸ਼ ਦੇ ਵਿੱਚ ਸਟਾਰਟ ਹੋਈ ਸੀਗੀ। ਤਾਂ ਇਹਦੇ ਵਿੱਚ ਮੇਨ ਏਮ ਕੀ ਸੀਗਾ? ਇਹਦਾ ਮੇਨ ਏਮ ਸੀਗਾ ਲੈਂਡ ਰਿਫੋਰਮਸ ਲੈ ਕੇ ਆਉਣੇ। ਜਿਹੜੀਆਂ ਜ਼ਿਮੀਂਦਾਰਸ ਕੋਲ ਜ਼ਮੀਨਾਂ ਸੀਗੀਆਂ, ਵੱਡੇ ਵੱਡੇ ਲੈਂਡਲੋਰਡ ਸੀਗੇ, ਉਹਨਾਂ ਕੋਲ ਜ਼ਮੀਨਾਂ ਲੈ ਕੇ ਗਰੀਬਾਂ ਨੂੰ ਵੰਡਣੀਆਂ ਸੀਗੀਆਂ। ਇਹ ਸੀਗੀ ਭੂਦਾਨ ਮੂਵਮੈਂਟ। ਸੋ ਵਿਨੋਦ ਭਾਵੇ ਦਾ ਜਿਹੜਾ ਨਾਮ ਹੈਗਾ ਬਹੁਤ ਇੰਪੋਰਟੈਂਟ ਚੀਜ਼ ਨਾਲ ਜੁੜਿਆ ਜਾਂਦਾ ਹੁੰਦਾ, ਉਹ ਹੈਗਾ ਇੰਡੀਵਿਜੂਅਲ ਸੱਤਿਆਗ੍ਰਹਿ। ਇੰਡੀਵਿਜੂਅਲ ਸੱਤਿਆਗ੍ਰਹਿ ਦੇ ਨਾਲ ਜੁੜਿਆ ਹੋਇਆ ਵਿਨੋਦ ਭਾਵੇ ਦਾ ਨਾਮ। ਹੁਣ ਆਪਾਂ ਨੂੰ ਪੁੱਛ ਲਿਆ ਜਾਂਦਾ ਹੁੰਦਾ ਵੀ ਇੰਡੀਵਿਜੂਅਲ ਸੱਤਿਆਗ੍ਰਹਿ ਕਦੋਂ ਸਟਾਰਟ ਹੋਇਆ ਸੀਗਾ ਅਤੇ ਸੈਕਿੰਡ ਕੌਣ ਸੀਗਾ, ਸੈਕਿੰਡ ਪਰਸਨ ਕੌਣ ਸੀਗਾ ਇੰਡੀਵਿਜੂਅਲ ਸੱਤਿਆਗ੍ਰਹਿ ਦੇ ਵਿੱਚ? ਤਾਂ ਆਪਣਾ ਆਨਸਰ ਆ ਜੂ ਸੈਕਿੰਡ ਸੀਗੇ ਜਵਾਹਰ ਲਾਲ ਨਹਿਰੂ ਅਤੇ ਫਸਟ ਸੀਗੇ ਵਿਨੋਦ ਭਾਵੇ, ਠੀਕ ਹੈ। ਇਹਨਾਂ ਨੇ ਹੀ ਆਪਣੀ ਸਟਾਰਟ ਕੀਤੀ ਸੀਗੀ ਭੂਦਾਨ ਮੂਵਮੈਂਟ, ਠੀਕ ਹੈ। ਸੋ ਇਹ ਜਿਹੜੀ ਭੂਦਾਨ ਮੂਵਮੈਂਟ ਸੀਗੀ ਇਹ ਕੀ ਸੀਗੀ? ਜਿਹੜੇ ਵੱਡੇ ਲੈਂਡਲੋਰਡ ਸੀਗੇ ਉਹਨਾਂ ਕੋਲ ਜ਼ਮੀਨਾਂ ਲੈ ਕੇ ਪਿਆਰ ਨਾਲ, ਮਤਲਬ ਐਵੇਂ ਨਹੀਂ ਉਹਨਾਂ ਨੂੰ ਧੱਕਾ ਕਰਨਾ ਆਪਾਂ, ਉਹਨਾਂ ਕੋਲ ਪਿਆਰ ਨਾਲ ਲੈ ਕੇ ਜ਼ਮੀਨਾਂ ਲੈਂਡਲੈਸ ਲੇਬਰ ਨੂੰ ਪ੍ਰੋਵਾਈਡ ਕਰਨੀਆਂ ਸੀਗੀਆਂ। ਸੋ ਇਹ ਸੀਗੀ ਭੂਦਾਨ ਮੂਵਮੈਂਟ ਆਪਣੀ। ਸੋ ਆਪਣਾ ਨੈਕਸਟ ਕੁਐਸਚਨ ਹੈਗਾ ਦ ਫਸਟ ਟ੍ਰੇਡ ਯੂਨੀਅਨ ਵਾਜ਼ ਫਾਊਂਡਡ ਇਨ ਇੰਡੀਆ ਇਨ ਦਾ ਈਅਰ 1918 ਬਾਈ ਦਾ। ਸੋ ਬਹੁਤ ਇੰਪੋਰਟੈਂਟ ਹੈਗਾ ਫਸਟ ਟ੍ਰੇਡ ਯੂਨੀਅਨ ਕਿਹਨੇ ਫਾਊਂਡ ਕੀਤੀ ਸੀ ਇੰਡੀਆ ਦੇ ਵਿੱਚ? ਤਾਂ ਆਪਣਾ ਆਨਸਰ ਆ ਜਾਊਗਾ BP ਵਾੜੀਆ ਨੇ ਫਾਊਂਡ ਕੀਤੀ ਸੀਗੀ ਫਸਟ ਟ੍ਰੇਡ ਯੂਨੀਅਨ ਆਫ ਇੰਡੀਆ। ਬਹੁਤ ਇੰਪੋਰਟੈਂਟ ਹੈਗਾ ਤਾਂ ਹੂ ਆਫ ਦਾ ਫੋਲੋਇੰਗ ਫਾਊਂਡਡ ਦਾ ਅਹਿਮਦਾਬਾਦ ਟੈਕਸਟਾਈਲ ਲੇਬਰ ਐਸੋਸੀਏਸ਼ਨ। ਇਹ ਬਹੁਤ ਹੀ ਇੰਪੋਰਟੈਂਟ ਹੈਗਾ। ਸੈਕਿੰਡ ਕੁਐਸਚਨ ਜੋ ਆਪਾਂ ਪੜ੍ਹ ਰਹੇ ਹਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਜਦੋਂ ਅਹਿਮਦਾਬਾਦ ਮਿਲ ਸਟ੍ਰਾਈਕ ਹੋਈ ਸੀਗੀ ਉਦੋਂ ਹੀ ਫਾਊਂਡ ਕੀਤੀ ਸੀ ਇਹਨਾਂ ਨੇ, ਮਹਾਤਮਾ ਗਾਂਧੀ ਨੇ, ਅਹਿਮਦਾਬਾਦ ਟੈਕਸਟਾਈਲ ਲੇਬਰ ਐਸੋਸੀਏਸ਼ਨ। ਕਿਹਨੇ ਫਾਊਂਡ ਕੀਤੀ ਸੀ? ਮਹਾਤਮਾ ਗਾਂਧੀ ਨੇ। ਬਹੁਤ ਇੰਪੋਰਟੈਂਟ ਹੈਗਾ ਅਤੇ ਕਈ ਵਾਰੀ ਐਗਜ਼ਾਮ ਦੇ ਵਿੱਚ ਰਿਪੀਟਲੀ ਪੁੱਛਿਆ ਹੋਇਆ, ਜਿਹੜਾ ਆਪਣਾ ਫ੍ਰੀਕੁਐਂਟਲੀ ਪੁੱਛਿਆ ਹੋਇਆ ਵੀ ਅਹਿਮਦਾਬਾਦ ਟੈਕਸਟਾਈਲ ਲੇਬਰ ਐਸੋਸੀਏਸ਼ਨ ਕਿਹਨੇ ਫਾਊਂਡ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਮਹਾਤਮਾ ਗਾਂਧੀ ਨੇ, ਠੀਕ ਹੈ ਜੀ। ਸੋ ਇਹ ਸਾਰੀਆਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ। ਫਸਟ ਟ੍ਰੇਡ ਯੂਨੀਅਨ ਆਫ ਇੰਡੀਆ ਕਿਹਨੇ ਫਾਊਂਡ ਕੀਤੀ ਸੀਗੀ? BP ਵਾੜੀਆ ਨੇ। ਜੇ ਆਪਾਂ ਨੂੰ ਪੁੱਛ ਲਿਆ ਜਾਵੇ ਅਹਿਮਦਾਬਾਦ ਟੈਕਸਟਾਈਲ ਲੇਬਰ ਐਸੋਸੀਏਸ਼ਨ ਕਿਹਨੇ ਫਾਊਂਡ ਕੀਤੀ ਸੀ? ਤਾਂ ਆਪਣਾ ਆਨਸਰ ਆ ਜਾਊਗਾ ਮਹਾਤਮਾ ਗਾਂਧੀ ਨੇ, ਠੀਕ ਹੈ। ਸੋ ਆਪਾਂ ਨੈਕਸਟ ਕੁਐਸਚਨ 'ਤੇ ਮੂਵ ਕਰਦੇ ਹਾਂ। ਸੋ ਹੂ ਅਮੰਗ ਆਫ ਦਾ ਫੋਲੋਇੰਗ ਵਾਜ਼ ਦਾ ਫਸਟ ਲੀਡਰ ਟੂ ਆਰਗੇਨਾਈਜ਼ ਲੇਬਰ ਮੂਵਮੈਂਟ ਇਨ ਇੰਡੀਆ। ਸੋ ਕਿਹੜੇ ਆ ਜੇ ਪਹਿਲੇ ਲੀਡਰ ਸੀਗੇ ਜਿਨ੍ਹਾਂ ਨੇ ਲੇਬਰ ਮੂਵਮੈਂਟ ਆਰਗੇਨਾਈਜ਼ ਕੀਤੀ ਸੀ ਤਾਂ ਇੰਡੀਆ ਦੇ ਵਿੱਚ? ਤਾਂ ਆਪਣਾ ਆਨਸਰ ਆ ਜਾਊਗਾ NM ਲੋਖਾਂਡੇ। ਬਹੁਤ ਇੰਪੋਰਟੈਂਟ ਹੈਗਾ। ਸੋ ਲੇਬਰ ਮੂਵਮੈਂਟ ਕਿਹਨੇ ਆਰਗੇਨਾਈਜ਼ ਕੀਤੀ ਸੀ? NM ਲੋਖਾਂਡੇ ਨੇ। ਅਤੇ ਫਸਟ ਜੇ ਆਪਾਂ ਟ੍ਰੇਡ ਯੂਨੀਅਨ ਆਫ ਇੰਡੀਆ ਗੱਲ ਕਰੀਏ ਤਾਂ BP ਵਾੜੀਆ ਨੇ, ਠੀਕ ਹੈ। NM ਲੋਖਾਂਡੇ ਅਤੇ BP ਵਾੜੀਆ, ਇਹਨਾਂ ਦੋਨਾਂ ਦਾ ਨਾਮ ਯਾਦ ਰੱਖਣਾ। ਇਹਨਾਂ ਲੇਬਰ ਮੂਵਮੈਂਟ ਸਟਾਰਟ ਕੀਤੀ ਸੀ ਪਹਿਲੀ ਵਾਰੀ ਇੰਡੀਆ ਦੇ ਵਿੱਚ, ਉਹਨਾਂ ਨੇ ਟ੍ਰੇਡ ਯੂਨੀਅਨ ਫਾਊਂਡ ਕੀਤੀ ਸੀ, ਠੀਕ ਹੈ। ਹੂ ਵਾਜ਼ ਦਾ ਫੋਲੋਇੰਗ ਫਸਟ ਪ੍ਰੈਜ਼ੀਡੈਂਟ ਆਫ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ। ਸੋ ਇਹ ਤਾਂ ਕਈ ਵਾਰੀ ਆਪਣੇ ਐਗਜ਼ਾਮ ਦੇ ਵਿੱਚ, ਜਿਹੜੇ ਪੰਜਾਬ ਦੇ ਐਗਜ਼ਾਮ ਹੈਗੇ ਉਹਨਾਂ ਵਿੱਚ ਕਈ ਵਾਰੀ ਪੁੱਛਿਆ ਹੋਇਆ ਕੁਐਸਚਨ ਹੈਗਾ ਵੀ ਪਹਿਲਾ ਪ੍ਰੈਜ਼ੀਡੈਂਟ ਕੌਣ ਸੀਗਾ ਆਲ ਇੰਡੀਆ ਟ੍ਰੇਡ ਯੂਨੀਅਨ ਦਾ ਕਾਂਗਰਸ ਦਾ? ਤਾਂ ਆਪਣਾ ਆਨਸਰ ਆ ਜਾਊਗਾ ਲਾਲਾ ਲਾਜਪਤ ਰਾਏ। ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਇਹ ਚੀਜ਼ ਕਈ ਵਾਰੀ ਪੁੱਛੀ ਗਈ ਹੈ। ਲਾਲਾ ਲਾਜਪਤ ਰਾਏ ਫਸਟ ਪ੍ਰੈਜ਼ੀਡੈਂਟ ਸੀਗੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦੇ, ਠੀਕ ਹੈ। ਫਸਟ ਲੀਡਰ ਟੂ ਆਰਗੇਨਾਈਜ਼ ਲੇਬਰ ਮੂਵਮੈਂਟ ਇਨ ਇੰਡੀਆ? ਤਾਂ ਆਪਣਾ ਆਨਸਰ ਆ ਜਾਊਗਾ NM ਲੋਖਾਂਡੇ। ਅਤੇ ਆਪਾਂ ਗੱਲ ਕਰੀਏ ਪਹਿਲੀ ਵਾਰੀ ਆਲ ਇੰਡੀਆ ਟ੍ਰੇਡ ਜਾਂ ਕਹਿ ਸਕਦੇ ਹਾਂ ਪਹਿਲੀ ਵਾਰੀ ਟ੍ਰੇਡ ਯੂਨੀਅਨ ਇੰਡੀਆ ਦੇ ਵਿੱਚ ਕਿਹਨੇ ਫਾਊਂਡ ਕੀਤੀ ਸੀ? BP ਵਾੜੀਆ ਨੇ। ਤਾਂ ਜਿਹੜੀ ਆਪਣੀ ਅਹਿਮਦਾਬਾਦ ਟੈਕਸਟਾਈਲ ਮਿਲ ਐਸੋਸੀਏਸ਼ਨ ਹੈ ਕਿਹਨੇ ਫਾਊਂਡ ਕੀਤੀ ਸੀ? ਮਹਾਤਮਾ ਗਾਂਧੀ ਨੇ। ਸੋ ਇਸੇ ਤਰ੍ਹਾਂ ਆਪਾਂ ਚੀਜ਼ਾਂ ਨੂੰ ਵਾਰ-ਵਾਰ ਯਾਦ ਕਰਨਾ, ਵਾਰ-ਵਾਰ ਰਿਪੀਟ ਕਰਨਾ ਚੀਜ਼ਾਂ ਨੂੰ, ਤਾਂ ਹੀ ਆਪਣੇ ਦਿਮਾਗ ਦੇ ਵਿੱਚ ਬਹਿਣਗੀਆਂ, ਠੀਕ ਹੈ ਜੀ। ਸੋ ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਅਤੇ ਆਪਣੇ ਰਿਵਿਊਜ਼ ਜ਼ਰੂਰ ਦਿੰਦੇ ਰਹੋ। ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰ ਸਕਦੇ ਹੋ ARNTANEJ07। ਜੋ ਵੀ ਤੁਹਾਡੀ ਕਿਊਰੀਜ਼ ਹੈ ਪੁੱਛ ਸਕਦੇ ਹੋ। ਬਾਕੀ ਸਾਡੀ ਇੱਕ ਨੈਬ ਤਹਿਸੀਲਦਾਰ ਦੀ 249 ਰੁਪੀਜ਼ ਦੀ ਅਸੀਂ ਟੈਸਟ ਸੀਰੀਜ਼ ਲਾਂਚ ਕੀਤੀ, ਉਹਨੂੰ ਜੁਆਇਨ ਕਰ ਸਕਦੇ ਹੋ। ਸਾਡਾ ਜਿਹੜਾ ਪਟਵਾਰੀ ਦਾ ਕੋਰਸ ਹੈਗਾ, ਜਿਹੜਾ ਹੁਣ ਅਸੀਂ ਸੁਪਰ 500 ਲਾਂਚ ਕੀਤਾ, ਤੁਸੀਂ ਔਨਲਾਈਨ ਆਫਲਾਈਨ ਪਲੇਟਫਾਰਮ ਜਿੱਥੇ ਵੀ ਚਾਹੋ ਜੁਆਇਨ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ।